ਹਾਂਜੀ ਬੱਚਿਓ, ਕੰਬੋਜ ਮੈਥ ਅੱਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਣੇ ਕੋਲ ਸੈਕਿੰਡ ਚੈਪਟਰ ਬਾਈਨੋਮੀਅਲ ਥਿਓਰਮ ਚੱਲ ਰਿਹਾ ਤੇ ਅੱਜ ਦਾ ਆਪਣਾ ਟੌਪਿਕ ਹੈ ਉਸਦਾ ਡਿਫਰੈਂਸ ਬਿਟਵੀਨ ਕੋਫੀਸ਼ੀਐਂਟ ਐਂਡ ਬਾਈਨੋਮੀਅਲ ਕੋਫੀਸ਼ੀਐਂਟਸ। ਆਪਣੇ ਕੋਲ ਬਾਈਨੋਮੀਅਲ ਕੋਫੀਸ਼ੀਐਂਟ ਐਂਡ ਕੋਫੀਸ਼ੀਐਂਟਸ ਕਿਹੜੇ-ਕਿਹੜੇ ਹੁੰਦੇ ਆ, ਦੋਨਾਂ 'ਚ ਡਿਫਰੈਂਸ ਕੀ ਹੈ ਉਹ ਦੇਖਦੇ ਆਪਾਂ। ਡਿਫਰੈਂਸ ਬਿਟਵੀਨ ਕੋਫੀਸ਼ੀਐਂਟਸ ਐਂਡ ਬਾਈਨੋਮੀਅਲ ਕੋਫੀਸ਼ੀਐਂਟ। ਠੀਕ ਹੈ, ਦੋਨਾਂ 'ਚ ਆਪਾਂ ਡਿਫਰੈਂਸ ਦੇਖਦੇ ਹਾਂ। ਅਗਰ ਆਪਣੇ ਕੋਲ x ਪਲਸ y ਦਾ ਹੋਲ ਸਕੁਅਰ ਹੈ ਤਾਂ ਇਸ ਤੇ ਬਾਈਨੋਮੀਅਲ ਥਿਓਰਮ ਕਿੱਦਾਂ ਲੱਗੇਗੀ? 0 x ਸਕੁਅਰ ਪਲਸ 2c1 xy ਪਲਸ 2c2 x ਦੀ 0 y ਦਾ ਸਕੁਅਰ। ਤਾਂ ਇਹ ਆਪਣੇ ਕੋਲ ਹੋ ਗਿਆ x ਸਕੁਅਰ ਪਲਸ 2xy ਪਲਸ y ਸਕੁਅਰ, ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਤਾਂ ਇਸ ਦੇ ਵਿੱਚ ਅਗਰ ਆਪਾਂ ਦੇਖੀਏ ਆਪਣੇ ਕੋਲ ਬਾਈਨੋਮੀਅਲ ਕੋਫੀਸ਼ੀਐਂਟਸ ਕਿਹੜੇ ਆ? ਬਾਈਨੋਮੀਅਲ ਕੋਫੀਸ਼ੀਐਂਟਸ ਆਪਣੇ ਕੋਲ ਬਾਈਨੋਮੀਅਲ ਕੋਫੀਸ਼ੀਐਂਟਸ ਕਿਹੜੇ ਹੁੰਦੇ ਆ? ਇਹ ਵਾਲੇ 2c0 2c1 2c2। ਤਾਂ 2 0 c1 ਇਹ ਆਪਣੇ ਕੋਲ ਕੀ ਹੈ? ਬਾਈਨੋਮੀਅਲ ਕੋਫੀਸ਼ੀਐਂਟ। ਔਰ ਅਗਰ ਆਪਣੇ ਕੋਲ ਓਨਲੀ ਕੋਫੀਸ਼ੀਐਂਟਸ ਦੀ ਗੱਲ ਕਰੀ ਜਾਵੇ ਤਾਂ ਆਪਣੇ ਕੋਲ ਉਹ ਕਿਹੜੇ ਹੁੰਦੇ ਆ ਜੋ ਆਪਣੇ ਕੋਲ x ਸਕੁਅਰ ਔਰ xy ਔਰ y ਸਕੁਅਰ ਦਾ ਕੋਫੀਸ਼ੀਐਂਟਸ ਹੈਗੇ ਆ। ਤਾਂ ਇਹਦੇ ਚ x ਸਕੁਅਰ ਦਾ ਕੋਫੀਸ਼ੀਐਂਟਸ ਕੀ ਹੈ? 1 ਹੈ, xy ਦਾ 2 ਹੈ ਔਰ y ਸਕੁਅਰ ਦਾ 1 ਹੈ। ਤਾਂ ਆਪਾਂ ਨੂੰ ਜਦੋਂ ਵੀ ਬਾਈਨੋਮੀਅਲ ਕੋਫੀਸ਼ੀਐਂਟਸ ਦੀ ਗੱਲ ਕਰੀ ਜਾਵੇ ਤਾਂ ਆਪਣੇ ਕੋਲ 2c0 2c1 2 ਇਹ ਵਾਲੇ ਆਪਣੇ ਕੋਲ ਕੀ ਹੁੰਦੇ ਆ? ਬਾਈਨੋਮੀਅਲ ਕੋਫੀਸ਼ੀਐਂਟਸ। ਠੀਕ ਹੈ, ਔਰ ਕੋਫੀਸ਼ੀਐਂਟਸ ਦੀ ਇਕੱਲੀ ਗੱਲ ਕਰੀ ਜਾਵੇ ਤਾਂ ਇਕੱਲੇ ਕੋਫੀਸ਼ੀਐਂਟਸ ਕਿਹੜੇ ਹੁੰਦੇ ਆ? 1 ਔਰ 1 ਵਾਲੇ। ਠੀਕ ਹੈ, ਜੋ ਕਿ ਆਪਣੇ ਕੋਲ ਕੋਫੀਸ਼ੀਐਂਟਸ ਹੈ x ਸਕੁਅਰ xy ਔਰ y ਸਕੁਅਰ ਦੇ। ਓਕੇ, ਠੀਕ ਹੈ। ਨੈਕਸਟ ਟੌਪਿਕ ਹੈਗਾ ਆਪਣੇ ਕੋਲ term with greatest binomial coefficients। term with greatest binomial, ਤਾਂ ਇੱਥੇ ਆਪਣੇ ਕੋਲ ਕਿਹੜੀ ਗੱਲ ਕੀਤੀ ਹੈ? ਬਾਈਨੋਮੀਅਲ ਕੋਫੀਸ਼ੀਐਂਟਸ ਦੀ ਗੱਲ ਕੀਤੀ। ਤਾਂ ਕਿਹੜੀ ਟਰਮ ਦੇ ਕੋਲ ਬਾਈਨੋਮੀਅਲ ਕੋਫੀਸ਼ੀਐਂਟ ਗ੍ਰੇਟੈਸਟ ਹੋਏਗਾ? ਠੀਕ ਹੈ, ਤਾਂ ਅਗਰ ਆਪਾਂ ਦੇਖੀਏ ਆਪਣੇ ਕੋਲ x ਪਲਸ y ਦਾ ਸਕੁਅਰ ਹੈ ਤਾਂ ਆਪਣੇ ਕੋਲ ਕੀ ਹੁੰਦਾ? x ਸਕੁਅਰ ਪਲਸ xy ਪਲਸ y ਸਕੁਅਰ। ਇਹਨੂੰ ਆਪਾਂ ਕੀ ਲਿਖਦੇ ਹਾਂ? nc0 nc1 ਔਰ n ਦੀ ਜਗ੍ਹਾ ਆਪਣੇ ਕੋਲ ਕੀ ਆਣਾ ਸੀ? 2 ਆਣਾ ਸੀ। ਠੀਕ ਹੈ, ਤਾਂ 2c0 2c1 ਔਰ 2c2। ਤਾਂ ਇਹ ਆਪਣੇ ਕੋਲ ਕੀ 0 ਦਾ ਹੈ, ਇਹ ਆਪਣੇ ਕੋਲ ਕੀ ਹੈ? 2c1 ਦਾ ਹੈ ਔਰ ਇਹ ਆਪਣੇ ਕੋਲ 2c ਹੈ। ਤਾਂ ਅਗਰ ਆਪਾਂ x ਪਲਸ y ਦਾ ਕਿਊਬ ਦੇਖੀਏ ਤਾਂ ਆਪਣੇ ਕੋਲ ਕੀ ਆਉਂਦਾ? x ਕਿਊਬ ਪਲਸ 3x ਸਕੁਅਰ y ਪਲਸ 3x y ਸਕੁਅਰ ਪਲਸ y ਕਿਊਬ। ਤਾਂ ਇਸ ਦੇ ਵਿੱਚ ਆਪਣੇ ਕੋਲ ਬਾਈਨੋਮੀਅਲ ਕੋਫੀਸ਼ੀਐਂਟਸ ਕਿਹੜੇ ਆ ਗਏ ਇੱਥੇ? 3c0, ਇੱਥੇ ਆਪਣੇ ਕੋਲ 3c1 3c2 ਔਰ ਇੱਥੇ ਆਪਣੇ ਕੋਲ 3c3 ਆ ਗਏ। ਹੁਣ ਆਪਾਂ ਦੇਖੀਏ ਕਿ ਆਪਣੇ ਕੋਲ ਬਾਈਨੋਮੀਅਲ ਕੋਫੀਸ਼ੀਐਂਟਸ ਮਤਲਬ ਇਹ ਵਾਲੇ ਗ੍ਰੇਟੈਸਟ ਕਿੱਥੇ ਆ ਰਿਹਾ ਆਪਣੇ ਕੋਲ? ਇੱਕ ਤਾਂ ਆ ਰਿਹਾ ਔਰ ਇੱਕ ਆ ਰਿਹਾ, 3c1 ਔਰ 3c2 ਆ ਰਿਹਾ, ਔਰ ਉੱਪਰ ਵਾਲੇ 'ਚ ਆਪਣੇ ਕੋਲ ਕੀ ਆ ਰਿਹਾ? 2c1 ਆ ਰਿਹਾ। ਇਹ ਆਪਣੇ ਕੋਲ ਕੀ ਹੈ? ਇਹ ਆਪਣੇ ਕੋਲ ਹੈ ਮਿਡਲ ਟਰਮ। ਠੀਕ ਹੈ, ਅਗਰ ਆਪਣੇ ਕੋਲ n ਕੀ ਹੈ? ਈਵਨ ਹੈ ਤਾਂ ਨੰਬਰ ਆਫ ਟਰਮਸ ਕੀ ਹੁੰਦੀਆਂ? ਓਡ ਹੁੰਦੀਆਂ। ਪਰ ਜਦੋਂ ਨੰਬਰ ਆਫ ਟਰਮਸ ਓਡ ਹੁੰਦੀਆਂ ਤਾਂ ਆਪਣੇ ਕੋਲ ਮਿਡਲ ਟਰਮਸ ਕੀ ਹੁੰਦੀ ਹੈ? n+2 ਵਾਲੀ। ਤਾਂ ਇਹ ਵਾਲੀ ਆਪਣੇ ਕੋਲ ਮਿਡਲ ਟਰਮ ਆ ਗਈ। ਤਾਂ ਮਿਡਲ ਟਰਮਸ ਤੇ ਇਹਦੇ ਵਿੱਚ ਆਪਣੇ ਕੋਲ ਕੀ ਆ? ਪਾਵਰ ਕੀ ਹੈ? 3 ਹੈ, ਔਰ ਨੰਬਰ ਆਫ ਟਰਮਸ ਕੀ ਹੋ ਗਈਆਂ? ਈਵਨ ਹੋ ਗਈਆਂ,
ਔਰ ਆਪਾਂ ਨੂੰ ਪਤਾ ਹੈ ਪਿਛਲੇ ਕਲਾਸ ਦੇ ਵਿੱਚ ਆਪਾਂ ਕੀਤਾ ਸੀ ਜਦੋਂ ਆਪਣੇ ਕੋਲ ਨੰਬਰ ਆਫ ਟਰਮਸ ਈਵਨ ਹੁੰਦੀਆਂ ਤਾਂ ਉਦੋਂ ਆਪਣੇ ਕੋਲ ਦੋ ਟਰਮਸ ਮਿਡਲ ਆਉਂਦੀਆਂ। ਤਾਂ ਇੱਥੇ ਵੀ ਆਪਣੇ ਕੋਲ ਦੋਨੋਂ ਮਿਡਲ ਟਰਮਸ ਦੇ ਕੋਫੀਸ਼ੀਐਂਟ ਸੇਮ ਆ ਰਹੇ ਆ ਔਰ ਗ੍ਰੇਟੈਸਟ ਆ ਰਹੇ ਆ। ਤਾਂ ਇੱਥੋਂ ਅਗਰ ਆਪਾਂ ਕਨਕਲੂਜਨ ਨਿਕਾਲੀਏ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਆਪਣੇ ਕੋਲ ਮਿਡਲ ਟਰਮਸ ਦਾ ਕੋਫੀਸ਼ੀਐਂਟ ਆਲਵੇਜ਼ ਕੀ ਹੁੰਦਾ ਹੈ, ਗ੍ਰੇਟੈਸਟ ਹੁੰਦਾ ਹੈ। ਤਾਂ ਦੇਅਰਫੋਰ ਆਪਾਂ ਨੂੰ ਕੀ ਪਤਾ ਹੈ, ਮਿਡਲ ਟਰਮ always have greatest binomial coefficient। ਤਾਂ ਇੱਥੇ ਇਹ ਧਿਆਨ ਰੱਖਣਾ ਆਪਾਂ ਬਾਈਨੋਮੀਅਲ ਕੋਫੀਸ਼ੀਐਂਟਸ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਤਾਂ ਮਤਲਬ ਕਿ ਅਗਰ ਆਪਾਂ ਬਾਈਨੋਮੀਅਲ ਕੋਫੀਸ਼ੀਐਂਟ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਨਿਕਾਲਣਾ ਹੈ ਤਾਂ ਆਪਾਂ ਕੀ ਕਰਾਂਗੇ, ਆਪਾਂ ਸਿਰਫ ਮਿਡਲ ਟਰਮ ਨਿਕਾਲਾਂਗੇ। ਮਿਡਲ ਟਰਮਸ ਤੋਂ ਆਪਣੇ ਕੋਲ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਨਿਕਲ ਜੇਗਾ। ਤਾਂ ਆਪਾਂ ਕਿੱਦਾਂ ਨਿਕਾਲਦੇ ਸੀ ਮਿਡਲ ਟਰਮ, ਤਾਂ ਆਪਣੇ ਕੋਲ ਦੋ ਕੇਸ ਸੀ। ਫਸਟ ਕੇਸ ਕੀ ਸੀ, ਇਫ ਆਪਾਂ ਕੇਸ ਲਿਖ ਲੈਂਦੇ ਹਾਂ, ਠੀਕ ਹੈ। ਤਾਂ ਫਸਟ ਕੇਸ ਕੀ ਸੀ ਆਪਣੇ ਕੋਲ, ਇਫ n ਇਜ਼ ਈਵਨ। ਅਗਰ n ਈਵਨ ਹੈ then ਆਪਣੇ ਕੋਲ ਕੀ ਆ, ਟਰਮ ਵਿਦ greatest binomial r। ਤਾਂ ਜਦੋਂ ਆਪਣੇ ਕੋਲ n ਕੀ ਹੁੰਦੀ ਆ, ਈਵਨ ਹੁੰਦੀ ਆ, ਤਾਂ ਟੋਟਲ ਨੰਬਰ ਆਫ ਟਰਮਸ ਕੀ ਹੋ ਜਾਂਦੀ ਆ, ਓਡ। ਤੇ ਓਡ ਟਰਮ ਦੀ ਆਪਾਂ ਜਦੋਂ ਮਿਡਲ ਟਰਮ ਨਿਕਾਲਣੀ ਉਹ ਆਪਣੇ ਕੋਲ ਕੀ ਹੁੰਦੀ ਆ, n+2 ਬਾਈ with ਟਰਮ। ਇਹੀ ਹੁੰਦੀ ਸੀ ਲਾਸਟ ਆਪਾਂ ਕਲਾਸ ਦੇ ਵਿੱਚ ਕਰਿਆ ਇਹ, ਠੀਕ ਹੈ। ਤਾਂ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਵੀ ਆਪਣੇ ਕੋਲ ਮਿਡਲ ਟਰਮ ਹੋਗੀ, ਠੀਕ ਹੈ। ਔਰ ਸੈਕਿੰਡ ਆਪਣੇ ਕੋਲ ਕੀ ਆ, ਕੇਸ ਇਫ n ਕੀ ਹੈ, ਇਜ਼ ਓਡ। ਜਦੋਂ n ਓਡ ਹੈ then term with greatest binomial coefficient ਆਰ ਆਪਣੇ ਕੋਲ ਕਿਹੜੀ ਕਿਹੜੀ ਟਰਮ ਬਣਦੀ ਆ, ਜਦੋਂ n ਓਡ ਹੈ ਤਾਂ ਆਪਣੇ ਕੋਲ ਨੰਬਰ ਆਫ ਟਰਮਸ ਈਵਨ ਹੋ ਜਾਂਦੀਆਂ। ਈਵਨ ਟਰਮਸ ਤੇ ਆਪਾਂ ਨੂੰ ਪਤਾ ਦੋ ਮਿਡਲ ਟਰਮਸ ਆਉਂਦੀਆਂ, ਔਰ ਉਹ ਦੋ ਕਿਹੜੀਆਂ ਹੁੰਦੀਆਂ ਸੀ, n+1/2th ਟਰਮ ਐਂਡ n+3/2th ਟਰਮ, ਠੀਕ ਹੈ। ਤਾਂ ਆਪਣੇ ਕੋਲ ਇੱਥੇ ਗ੍ਰੇਟੈਸਟ ਕੋਫੀਸ਼ੀਐਂਟ, ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟਸ ਕੀ ਆ ਜਾਣਗੇ, ਦੋ ਟਰਮਸ ਆ ਜਾਣਗੀਆਂ। ਤਾਂ ਆਪਾਂ ਇਹ ਵਾਲਾ ਕੀਤਾ x+y ਦਾ ਕਿਊਬ। ਤਾਂ ਇੱਥੇ ਆਪਣੇ ਕੋਲ ਸੈਕਿੰਡ ਟਰਮ ਐਂਡ ਥਰਡ ਟਰਮ ਕੀ ਆ ਗਈ, ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ। ਆਪਣੇ ਕੋਲ ਬਾਈਨੋਮੀਅਲ ਕੋਫੀਸ਼ੀਐਂਟ ਪੁੱਛਣ ਤਾਂ ਆਪਣੇ ਕੋਲ ਇਹ ਆ ਜਾਂਦਾ, ਠੀਕ ਹੈ। ਔਰ ਜਦੋਂ n ਕੀ ਹੈ, ਈਵਨ ਹੈ, ਉਦੋਂ ਆਪਣੇ ਕੋਲ ਸਿੰਗਲ ਟਰਮ ਆਉਂਦੀ। ਤਾਂ ਆਪਣੇ ਕੋਲ ਆ ਦੋ ਕੇਸ ਰਾਈਜ਼ ਹੁੰਦੇ, ਠੀਕ ਹੈ। ਇਸ ਟੌਪਿਕ ਦੇ ਨਾਲ ਦਾ ਆਪਾਂ ਕੁਐਸਚਨ ਕਰਦੇ ਹਾਂ। ਤਾਂ ਕੁਐਸਚਨ ਹੈ ਆਪਣੇ ਕੋਲ, which term has greatest binomial coefficients expansion x+y ਦੀ ਪਾਵਰ 32, ਠੀਕ ਹੈ। ਤਾਂ ਇਹਦਾ ਆਪਾਂ ਸੋਲਿਊਸ਼ਨ ਕੀ ਕਰਾਂਗੇ, ਆਪਾਂ ਨੂੰ ਪਤਾ ਇੱਥੇ n ਇਜ਼ ਇਕੁਅਲ ਟੂ ਕੀ ਆ ਗਈ, ਈਵਨ, ਠੀਕ ਹੈ। ਜਦੋਂ n ਈਵਨ ਹੁੰਦੀ ਹੈ ਦੇਅਰਫੋਰ ਆਪਣੇ ਕੋਲ ਕੀ ਹੈ, ਮਿਡਲ ਟਰਮ ਇਜ਼ ਇਕੁਅਲ ਟੂ ਗ੍ਰੇਟੈਸਟ ਬਾਈਨੋਮੀਅਲ ਕੋਐਫੀਸ਼ੀਐਂਟ ਵਾਲੀ ਟਰਮ ਹੁੰਦੀ ਆ, ਹਨਾ। ਤਾਂ ਆਪਣੇ ਕੋਲ ਕੀ ਹੈ, ਮਿਡਲ ਟਰਮ ਇੱਥੇ ਕੀ ਨਿਕਾਲਾਂਗੇ, n+2/with ਟਰਮ। ਤਾਂ ਆਪਣੇ ਕੋਲ ਕੀ ਆ ਗਿਆ, n ਕਿੰਨਾ ਆਪਣੇ ਕੋਲ 32 + 2/2। ਤਾਂ ਆਪਣੇ ਕੋਲ 34/2 ਇਜ਼ ਇਕੁਅਲ ਟੂ 70th ਟਰਮ ਆ ਗਈ ਆਪਣੇ ਕੋਲ, ਠੀਕ ਹੈ। ਇਹ ਆਪਣੇ ਕੋਲ ਕੀ ਆ ਗਿਆ, ਆਨਸਰ। ਇਹ ਆਪਣੇ ਕੋਲ 70th ਟਰਮ 17 ਟਰਮ ਜੋ ਆਪਣੇ ਕੋਲ ਹੋਏਗੀ
अपने कोल ग्रेटेस्ट बाइनोमियल कोफिशिएंट वाली टर्म होएगी। ठीक है, ਉਸ ਤੋਂ ਬਾਅਦ ਆਪਣੇ ਕੋਲ ਅਗਰ ਪੁੱਛਣਾ ਹੈ ਨਾ ਕਿ ਆਪਾਂ ਨੂੰ ਦੱਸੋ ਵੀ ਇਹ ਜਿਹੜਾ ਬਾਈਨੋਮੀਅਲ ਕੋਫੀਸ਼ੀਐਂਟ ਕਿਹੜਾ ਹੋਏਗਾ। ਠੀਕ ਹੈ, ਤਾਂ ਆਪਾਂ ਨੂੰ ਪਤਾ ਹੈ ਆਪਾਂ T17 ਕੱਢਾਂਗੇ। T17 ਕੀ ਹੋਏਗਾ ਆਪਣੇ ਕੋਲ, T R+1 ਦੀ ਫੋਰਮ ਵਿੱਚ ਲਿਖ ਲਾਂਗੇ। ਤਾਂ ਲਿਖ ਲਿਆ ਆਪਾਂ। n ਕਿੰਨੀ ਆਪਣੇ ਕੋਲ 32 C 16 ਆ ਜਾਊਗਾ, ਹੈ ਨਾ। ਤਾਂ ਆਪਣੇ ਕੋਲ ਆਹ ਵਾਲਾ ਬਾਈਨੋਮੀਅਲ ਕੋਫੀਸ਼ੀਐਂਟਸ ਹੋਏਗਾ। ਠੀਕ ਹੈ, 32 C 16, 32 C 16 ਵਾਲਾ ਜੋ ਬਾਈਨੋਮੀਅਲ ਕੋਫੀਸ਼ੀਐਂਟ ਹੈ ਇਹ ਵਾਲਾ ਆਪਣੇ ਕੋਲ ਗ੍ਰੇਟੈਸਟ ਹੋਏਗਾ। ਠੀਕ ਹੈ, ਤਾਂ ਇਹ ਵਾਲਾ ਅਗਰ ਆਪਾਂ ਇਹਨੂੰ ਰਿਟਨ 'ਚ ਕਰਦੇ ਹਾਂ ਤਾਂ ਕੀ ਲਿਖਾਂਗੇ ਆਪਾਂ, ਆਪਣੇ ਕੋਲ ਬਣ ਜਾਂਦਾ ਆਪਣੇ ਕੋਲ ਗ੍ਰੇਟੈਸਟ ਬਾਈਨੋਮੀਅਲ, ਕਿ ਆਪਣੇ ਕੋਲ ਕਿਹੜਾ ਬਾਈਨੋਮੀਅਲ ਕੋਫੀਸ਼ੀਐਂਟ ਆਉਂਦਾ ਹੈ। ਉੱਥੇ ਪਿੱਛੇ ਆਪਾਂ ਕੀ ਦੇਖਿਆ ਸੀ ਕਿ ਟਰਮ ਕਿਹੜੀ ਆਉਂਦੀ ਹੈ ਬਾਈਨੋਮੀਅਲ ਕੋਫੀਸ਼ੀਐਂਟਸ ਦੀ ਗ੍ਰੇਟੈਸਟ, ਇੱਥੇ ਆਪਾਂ ਬਾਈਨੋਮੀਅਲ ਕੋਫੀਸ਼ੀਐਂਟ ਕਿਹੜਾ ਹੋਏਗਾ। ਠੀਕ ਹੈ, ਤਾਂ ਉਹ ਆਪਾਂ ਕਿਸ ਤਰ੍ਹਾਂ ਕਰਨਾ, ਤਾਂ ਆ ਆਪਾਂ ਕਰਿਆ। ਠੀਕ ਹੈ, ਤਾਂ ਉਹਨੂੰ ਆਪਾਂ ਰਿਟਨ 'ਚ ਕਿੱਦਾਂ ਲਿਖਦੇ ਹਾਂ ਵਿੱਚ ਉਹ ਦੇਖਦੇ ਹਾਂ ਆਪਾਂ। ਠੀਕ ਹੈ, ਤਾਂ ਇੱਥੇ ਆਪਣੇ ਕੋਲ ਹੋ ਗਿਆ of middle term expansion x plus y ਦੀ ਪਾਵਰ n ਅਗਰ ਆਪਣੀ ਹੈ ਤਾਂ greatest ਬਾਈਨੋਮੀਅਲ, ਤਾਂ ਆਪਾਂ ਕੀ ਕਿਹਾ ਸੀ ਪਿੱਛੇ ਵੀ ਆਪਣੇ ਕੋਲ ਜਿਹੜੀ ਮਿਡਲ ਟਰਮਸ ਹੋਏਗੀ x plus y ਦੀ ਪਾਵਰ n ਕੋਈ ਵੀ ਐਕਸਪੈਂਸ਼ਨ ਹੈਗੀ ਆ ਤਾਂ ਉਹ ਮਿਡਲ ਟਰਮਸ ਉਹਦੇ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਦੋ ਕੇਸ ਬਣਾਏ ਸੀ ਕਿ ਇਫ n ਕੀ ਆਪਣੇ ਕੋਲ ਈਵਨ ਹੈ ਤਾਂ ਦੈਨ ਆਪਣੇ ਕੋਲ ਗ੍ਰੇਟੈਸਟ ਬਾਈਨੋਮੀਅਲ ਆਪਣੇ ਕੋਲ ਕੀ ਹੋਏਗਾ n+2/2th ਟਰਮ ਸੀ। ਠੀਕ ਹੈ, ਤਾਂ ਇਹਨੂੰ ਜਦੋਂ ਆਪਾਂ TR+1 ਦੀ ਫੋਰਮ ਵਿੱਚ ਲਿਖਾਂਗੇ ਤਾਂ ਕਿੱਦਾਂ ਇਹਨੂੰ ਲਿਖਿਆ ਜਾ ਸਕਦਾ n/2 + 1। ਠੀਕ ਹੈ, ਤਾਂ ਇਹ ਵਾਲੀ ਟਰਮ ਹੋਏਗੀ। ਇਹ ਟਰਮ ਨੂੰ ਆਪਾਂ n+n/2 + 1 ਇਹਨੂੰ TR+1 ਦੀ ਫੋਰਮ ਵਿੱਚ ਲਿਖ ਲਿਆ। ਤਾਂ ਹੁਣ ਇਹਦਾ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਨਿਕਾਲਣਾ, ਆਪਾਂ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਨਿਕਾਲਣਾ ਤਾਂ ਉਹ ਆਪਾਂ ਨੂੰ ਕੀ ਪਤਾ n/2 ਹੋਏਗਾ। ਤਾਂ ਜਦੋਂ ਇਹਨੂੰ ਸੋਲਵ ਕਰਾਂਗੇ ਆਪਾਂ ਤਾਂ ਆਪਣੇ ਕੋਲ ਕੀ ਹੋਊਗਾ, ਕੋਈ ਨਾ ਕੋਈ ਵੈਲਿਊ ਜੋ ਆਏਗੀ ਉਹ ਆਪਣੇ ਕੋਲ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟਸ ਹੋ ਜਾਏਗਾ। ਠੀਕ ਹੈ, ਤਾਂ ਆਪਾਂ ਇਹ ਵਾਲੀ ਟਰਮ ਹੈ ਜੋ ਉਹਨੂੰ ਆਪਾਂ ਕਿਹੜੀ ਫੋਰਮ ਦੇ ਵਿੱਚ ਲਿਖਿਆ TR+1 ਦੀ ਫੋਰਮ ਵਿੱਚ ਲਿਖਿਆ, ਕਿਉਂਕਿ ਜਰਨਲ ਟਰਮ ਆਪਾਂ TR+1 ਦੀ ਫੋਰਮ ਵਿੱਚ ਲਿਖਦੇ ਹਾਂ ਆਪਣੇ ਕੋਲ ਟਰਮ ਆਉਣਾ। ਠੀਕ ਹੈ, ਤਾਂ ਇਹ ਆਪਣੇ ਕੋਲ ਕੀ ਹੋ ਜਾਏਗਾ, ਅਗਰ n ਇਜ਼ ਇਵਨ ਹੈ ਤਾਂ ਇਹ ਆਪਣੇ ਕੋਲ ਇਹ ਵਾਲਾ ਬਾਈਨੋਮੀਅਲ ਕੋਫੀਸ਼ੀਐਂਟ ਗ੍ਰੇਟੈਸਟ ਹੋਏਗਾ। ਸੈਕਿੰਡ ਆਪਣੇ ਕੋਲ ਇਫ n ਇਜ਼ ਓਡ then greatest coefficient, ਅਗਰ ਕੋਫੀਸ਼ੀਐਂਟ ਅਗਰ ਦੇਖ, ਕਿਉਂਕਿ ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ ਤਾਂ ਕੋਈ ਨਾ ਕੋਈ ਵੈਲਿਊ ਆਏਗੀ ਤਾਂ ਉਹਨੂੰ ਆਪਾਂ ਕੀ ਕਿਹਾ ਸੀ ਕਿ ਉਹ ਕੋਫੀਸ਼ੀਐਂਟ ਹੁੰਦੇ ਇਕੱਲੇ। ਜਿਵੇਂ ਆਪਣੇ ਕੋਲ ਇਹ ਵਾਲੀ ਵੈਲਿਊ ਆ ਗਈ ਸੀ ਤਾਂ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲ ਕੋਈ ਨਾ ਕੋਈ ਇਦਾਂ ਦੀ ਵੈਲਿਊ ਆਏਗੀ, ਕਨਸਟੈਂਟ ਕੋਈ ਵੈਲਿਊ ਆਏਗੀ ਤਾਂ ਇਹ ਆਪਣੇ ਕੋਲ ਕੀ ਹੋ ਜਾਏਗਾ, ਓਨਲੀ ਗ੍ਰੇਟੈਸਟ ਕੋਫੀਸ਼ੀਐਂਟ ਹੋ ਜਾਏਗਾ। ਠੀਕ ਹੈ, ਤਾਂ ਆਪਾਂ ਅਗਰ ਬਾਈਨੋਮੀਅਲ ਕੋਫੀਸ਼ੀਐਂਟ ਲਿਖਾਂਗੇ ਤਾਂ ਇਹ ਆਏਗਾ, ਜਦੋਂ ਇਹਨੂੰ ਸੋਲਵ ਕਰਾਂਗੇ ਤਾਂ ਉਹ ਆਪਣੇ ਕੋਲ ਕੋਫੀਸ਼ੀਐਂਟ ਆ ਜਾਏਗਾ। ਤਾਂ ਇੱਥੇ ਆਪਾਂ ਕੀ ਬਾਈਨੋਮੀਅਲ ਆਪਣੇ ਕੋਲ ਕੀ ਆਉਂਦਾ ਸੀ n-1/2 ਐਂਡ n
n plus 1/2। ये किवें आए अपने कोल लास्ट ਆਪਾਂ ਇੱਥੇ ਕੀਤਾ ਸੀ ਜਦੋਂ n ਓਡ ਹੈ ਤਾਂ ਆਪਣੇ ਕੋਲ ਇਹ ਵਾਲੀ ਟਰਮ ਜੋ ਹੈਗੀ ਆ ਉਹ ਆਪਣੇ ਕੋਲ ਕੀ ਹੋਏਗੀ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਵਾਲੀ ਟਰਮ ਹੋਏਗੀ ਆ ਦੋਨੋਂ ਟਰਮਸ ਤਾਂ ਇਹਨੂੰ ਜਦੋਂ ਟੀ ਆਰ ਪਲੱਸ 1 ਦੀ ਫਾਰਮ ਵਿੱਚ ਲਿਖਿਆ ਤਾਂ ਆਪਣੇ ਕੋਲ ਕੀ ਆ ਜਾਏਗਾ n ਮਾਈਨਸ 1/2 ਮਾਈਨਸ 1 क्या होगा n प्लस प्लस आऊगा ठीक है ਤਾਂ ਇਹਨੂੰ ਜਦੋਂ ਟੀ ਆਰ ਪਲੱਸ 1 ਦੀ ਫਾਰਮ ਵਿੱਚ ਲਿਖਾਂਗੇ ਤਾਂ ਆਪਣੇ ਕੋਲ ਇਹ ਆਊਗਾ ਆਪਣੇ ਕੋਲ ਆ ਗਿਆ n ਮਾਈਨਸ 1 ਪਲੱਸ 2 ਡਿਵਾਈਡ ਬਾਈ 2 ਤਾਂ ਆਪਣੇ ਕੋਲ ਕੀ ਆ ਗਿਆ ਇਹ n ਪਲੱਸ 1/2 ਇਹ ਟਰਮ ਆ ਗਈ ਠੀਕ ਹੈ ਤਾਂ ਇਹ ਆਪਣੇ ਕੋਲ ਕੀ ਆਪਾਂ ਲਿਖਤਾ ਇਹਨੂੰ n ਮਾਈਨਸ 1 ਡਿਵਾਈਡ ਬਾਈ 2 ਪਲੱਸ 1 ਤਾਂ ਆਪਣੇ ਕੋਲ n c n ਮਾਈਨਸ 1 ਡਿਵਾਈਡ ਬਾਈ 2 ਇਹ ਵਾਲਾ ਆਪਣੇ ਕੋਲ ਆ ਗਿਆ ਤੇ ਜਦੋਂ ਇਹਨੂੰ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ n plus 1/2 plus 1 ਠੀਕ ਹੈ ਤਾਂ ਇਹ ਟੀ ਆਰ ਪਲੱਸ 1 ਦੀ ਫਾਰਮ ਆ ਗਈ ਆਪਣੇ ਕੋਲ ਠੀਕ ਹੈ ਤਾਂ ਇਹ ਕੀ ਹੋਏਗਾ n c n plus 1/2 ਇਹ ਵਾਲਾ ਆਪਣੇ ਕੋਲ ਕੋਫੀਸ਼ੀਐਂਟ ਹੋਏਗਾ ਤੇ ਇਹਦੇ ਵਿੱਚ ਆਪਣੇ ਕੋਲ ਇਹ ਵਾਲਾ ਕੋਫੀਸ਼ੀਐਂਟ ਠੀਕ ਹੈ ਤਾਂ ਆਪਾਂ ਉੱਥੇ ਕੀ ਕਰਤਾ ਡਾਇਰੈਕਟ ਲਿਖਤਾ ਠੀਕ ਹੈ ਤਾਂ ਆ ਆਪਣੇ ਕੋਲ ਜਦੋਂ n ਓਡ ਹੈ ਤਾਂ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਇਹ ਔਰ ਇਹ ਦੋ ਆਣਗੇ ਓਕੇ ਆਪਾਂ ਇੱਕ ਕੁਐਸਚਨ ਕਰਦੇ ਹਾਂ ਇਸ ਟੌਪਿਕ ਦੇ ਨਾਲ ਦਾ ਗ੍ਰੇਟੈਸਟ ਬਾਈਨੋਮੀਅਲ and in the expansion of x plus y ਦੀ ਪਾਵਰ 70 ਠੀਕ ਹੈ ਕਰਦੇ ਹਾਂ ਆਪਾਂ ਨੂੰ ਕੀ ਪਤਾ n ਆਪਣੇ ਕੋਲ 76 ਹੈ ਜੋ ਕਿ ਆਪਣੇ ਕੋਲ even ਹੈ ਦਾ ਟੋਟਲ ਨੰਬਰ ਆਫ ਟਰਮਸ ਥੋੜਾ ਆ ਗਿਆ ਆਪਣੇ ਕੋਲ ਇਹ ਵੈਸੇ ਆਪਾਂ ਨੂੰ ਕਰਨ ਦੀ ਲੋੜ ਹੀ ਨਹੀਂ ਤਾਂ ਆਪਣੇ ਕੋਲ ਸਿੱਧਾ ਫਸਟ ਜੋ ਰਿਜ਼ਲਟ ਹੈਗਾ ਸੀ ਉਹ ਲੱਗ ਜਾਏਗਾ ਕੀ ਹੋਏਗਾ n c n/2 ਕਿਉਂਕਿ ਗ੍ਰੇਟੈਸਟ ਬਾਈਨੋਮੀਅਲ ਕੋਫੀਸ਼ੀਐਂਟ ਦੇਖਣਾ ਤਾਂ ਆਪਣੇ ਕੋਲ 76 c ਕੀ ਆ ਜਾਏਗਾ 76 ਡਿਵਾਈਡ ਬਾਈ ਤਾਂ ਆਪਣੇ ਕੋਲ 76 38 ਆਨਸਰ ਆ ਗਿਆ n ਆਪਾਂ ਦੇਖ ਲਈ ਈਵਨ ਹੈ ਈਵਨ ਤੇ ਆਪਾਂ ਫਸਟ ਕੇਸ ਅਪਲਾਈ ਕਰਤਾ ਠੀਕ ਹੈ ਇਹ ਵਾਲਾ ਕੇਸ ਅਪਲਾਈ ਕਰਤਾ ਤਾਂ ਆਪਣੇ n c n/2 ਸਿੱਧਾ ਆਪਣੇ ਕੋਲ ਆਨਸਰ ਆ ਗਿਆ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਗ੍ਰੇਟੈਸਟ ਟਰਮ ਠੀਕ ਹੈ ਆਪਣੇ ਕੋਲ ਆ ਗਿਆ ਟੌਪਿਕ ਗ੍ਰੇਟੈਸਟ ਗ੍ਰੇਟੈਸਟ ਟਰਮ ਹੁਣ ਇਹ ਗ੍ਰੇਟੈਸਟ ਟਰਮ ਕਿਹੜੀ ਆ ਐਕਸਪੈਂਸ਼ਨ ਆਪਾਂ ਨੂੰ ਕੋਈ ਗਿਵਨ ਹੈ ਠੀਕ ਹੈ ਐਕਸਪੈਂਸ਼ਨ ਆਪਣੇ ਕੋਲ ਕੋਈ ਗਿਵਨ ਹੈਗੀ ਆ ਕੋਈ ਵੀ ਆ 1 plus x here 2 plus x here ਠੀਕ ਹੈ ਜਾਂ ਆਪਣੇ ਕੋਲ x plus 3y ਦਾ ਹੋਲ ਸਕੁਅਰ ਇਹ ਹੈ ਤਾਂ ਜਦੋਂ ਆਪਾਂ ਇਹਨੂੰ ਓਪਨ ਕਰਾਂਗੇ ਆਪਣੇ ਕੋਲ ਕੀ ਆਏਗਾ 4x ਸਕੁਅਰ ਪਲੱਸ ਆਪਣੇ ਕੋਲ ਕੀ ਆਏਗਾ 12xy ਹੋਰ ਪਲੱਸ 9y ਸਕੁਅਰ ਤਾਂ ਆਪਣੇ ਕੋਲ ਇਹ ਆ ਗਈ ਠੀਕ ਹੈ ਇਹਦੀ ਬਾਈਨੋਮੀਅਲ ਐਕਸਪੈਂਸ਼ਨ ਦੀ ਫਾਰਮ ਆ ਗਈ ਠੀਕ ਹੈ ਤਾਂ ਹੁਣ ਅਗਰ ਆਪਣੇ ਕੋਲ ਇੱਥੇ x is equal to 5 ਔਰ y is equal to 1 ਲੈਣੇ ਆ ਤਾਂ ਆਪਣੇ ਕੋਲ ਕੀ ਹੋਏਗਾ 5 ਦਾ ਸਕੁਅਰ ਇੰਟੂ 4 ਆਪਣੇ ਕੋਲ ਕੀ ਆ ਜਾਏਗੀ ਜੋ ਫਸਟ ਟਰਮ ਹੈਗੀ ਆ ਨਾ ਫਸਟ ਟਰਮ
वो ग्रेटेस्ट आ जाएगी। ठीक है, देख लेने ਆਪਾਂ 4 × 5 ਦਾ ਸਕੁਅਰ प्लस 12 × 5 और y ਦੀ ਵੈਲਿਊ 1 ਹੈ, 9 और 1 ਦਾ ਸਕੁਅਰ। ਤਾਂ ਆਪਣੇ ਕੋਲ ਕੀ ਆ ਗਿਆ 100 प्लस 60 प्लस 9, ਆਪਣੇ ਕੋਲ ਫਰਸਟ ਟਰਮ ਵੱਡੀ ਆ ਗਈ। ਆਪਾਂ ਕੀ ਗ੍ਰੇਟੈਸਟ ਟਰਮ ਮਤਲਬ ਸਭ ਤੋਂ ਵੱਡੀ ਜੋ ਟਰਮ ਹੈਗੀ ਉਹ ਫਾਈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਟ ਆਪਾਂ ਜਦੋਂ x = 5 ਔਰ y = 1 ਪੁੱਟ ਕੀਤਾ ਤਾਂ ਆਪਣੇ ਕੋਲ ਫਰਸਟ ਟਰਮ ਗ੍ਰੇਟੈਸਟ ਆ ਗਈ। ठीक है, सेकेंड टाइम अगर x = 1 और y = 1 पुट करते हैं तो अपने को 4 + 12 + 9 तो अपने को इत्थे की आ गई सेकेंड टर्म ग्रेटेस्ट आ गई। ठीक है, थर्ड टाइम अगर आप x = 1 और y = 2 पुट करते हैं तो अपने को इत्थे की आ जाएगी थर्ड टर्म ग्रेटेस्ट आ जाएगी। इत्थों आप देखते हैं भी अपने कोल जो ग्रेटेस्ट टर्म हैगी है वो अपने कोल एक्स वाई दियां वैल्यूज ते डिपेंड करती है अपने कोल। ठीक है, तो अपना की देखा तो नो प्रॉपर वैल्यू अपने कोल कोई भी प्रॉपर वैल्यू नहीं आई। ठीक है, इट डिपेंड्स अपॉन वैल्यू ऑफ एक्स एंड वाई। एक्स एंड वाई दियां वैल्यूज ते अपने कोल ग्रेटेस्ट टर्म डिपेंड करती है। ठीक है, तो फिर आप ग्रेटेस्ट टर्म निकालांगे किवें? तो अपने माइंड च क्वेश्चन होंदा है कि आप ग्रेटेस्ट टर्म निकालांगे किवें? तो उस लिए एक प्रोसीजर है वो आप देखते हैं। ठीक है, तो अपने कोल प्रोसीजर है फाइंड ग्रेटेस्ट टर्म। तो अपने कोल फर्स्ट स्टैप की है, फर्स्ट स्टैप दे विच आपां की करांगे फाइंड करांगे TR+1 टर्म एंड TRth टर्म फ्रॉम द गिवन एक्सपेंशन। ठीक है, TR+1 आप जनरल टर्म ही फाइंड करते हैं। ओके, तो और आप TRth टर्म भी फाइंड करनी है। ठीक है, उस तो बाद आप सैकेंड स्टैप दे विच की करना है, आप फाइंड करांगे TR+1 ओवर TR। मतलब की है जो आप TR+1 फाइंड किया उन्होंने डिवाइड कर देंगे TR दे नाल। ठीक है, थर्ड स्टैप टेक TR+1 ओवर TR जो इनकी वैल्यू आई है उन्होंने आप ग्रेटेस्ट 1 लिखांगे। ग्रेटेस्ट 1 लिख के तो बाद स्टैप फोर्थ अपने को की आएगा, इस तो आप M की वैल्यू फाइंड करनी है। M एक अपने को इंटीजर होगा कुछ भी, फाइंड वैल्यू ऑफ M। ठीक है, M इत्थे की होएगा R तो लैस होएगा, वेयर सॉरी R तो ग्रेटेस्ट होएगा, R लैस होएगा M तो। ठीक है, तो जो आप ये कर लांगे ओके, तो उस तो बाद आप ये वाली इनक्वैलिटी सोल्व करांगे। ठीक है, तो करांगे आप सोल्व दी इनइक्वैलिटी स्टेप थर्ड फॉर R get an inequality the form R less than M। तो आप की करांगे स्टैप थर्ड वाली इनक्वैलिटी सोल्व करांगे तो अपने को R less than M की फॉर्म दे विच फॉर्म बन जाएगी। ठीक है, R less than M की फॉर्म बन जाएगी। ओके, इस तो बाद अपने को की होणगे जो R less than M की फॉर्म बन गई तो अपने को की होणगे 2 केस बननगे।
केस फर्स्ट और केस सेकंड। ठीक है, केस फर्स्ट ਦੇ ਵਿੱਚ ਕੀ ਹੋਏਗਾ, if m ਹੈ is an integer ਹੈ ਤਾਂ ਆਪਣੇ ਕੋਲ then have greatest term ਹੋਣਗੀਆਂ ਆਪਣੇ ਕੋਲ। ਕਿਹੜੀਆਂ ਕਿਹੜੀਆਂ ਹੋਣਗੀਆਂ, ਇੱਕ ਤਾਂ ਹੋਏਗੀ mth ਟਰਮ ਐਂਡ ਸੈਕਿੰਡ ਕਿਹੜੀ ਹੋਏਗੀ m+1th ਟਰਮ। ਠੀਕ ਹੈ, ਇਹ ਦੋ ਹੋਣਗੀਆਂ। ਓਕੇ, ਐਂਡ ਇਹ ਜਿਹੜੇ ਦੋਨਾਂ ਦਾ ਮੈਗਨੀਟਿਊਡ ਹੋਏਗਾ, ਮਤਲਬ ਦੋਨਾਂ ਦੀਆਂ ਜੋ ਵੈਲਿਊਜ਼ ਹੋਣਗੀਆਂ ਉਹ ਸੇਮ ਹੋਣਗੀਆਂ, ਤਾਂ ਆਪਾਂ ਲਿਖਦੇ ਹਾਂ ਦੇ ਹੈਵ ਇਕੁਅਲ ਇਨ ਮੈਗਨੀਟਿਊਡ। ਠੀਕ ਹੈ, ਔਰ ਸੈਕਿੰਡ ਕੇਸ ਆਪਣੇ ਕੋਲ ਜੋ ਬਣਦਾ ਉਹਦੇ ਵਿੱਚ ਕੀ ਆਏਗਾ, ਇਫ m is not an integer then m ਦਾ greatest integer plus 1th term ਜੋ ਹੈਗੀ ਆਪਣੇ ਕੋਲ ਉਹ greatest term ਆਏਗੀ, is the greatest term। ਠੀਕ ਹੈ, ਤਾਂ ਇਹ ਆਪਣੇ ਕੋਲ ਪ੍ਰੋਸੀਜਰ ਹੈ। ਇਹਦੇ ਨਾਲ ਦਾ ਜਦੋਂ ਆਪਾਂ ਕੁਐਸਚਨ ਕਰਾਂਗੇ ਤਾਂ ਬੈਟਰ ਅੰਡਰਸਟੈਂਡਿੰਗ ਹੋਏਗੀ ਆਪਣੇ ਕੋਲ। ਠੀਕ ਹੈ, ਤਾਂ ਸਟੈਪ ਬਾਈ ਸਟੈਪ ਆਪਾਂ ਚੱਲਾਂਗੇ। ਪਹਿਲਾਂ TR+1 ਔਰ TR ਫਾਈਂਡ ਕਰਾਂਗੇ, ਫਿਰ TR+1 ਓਵਰ TR ਕਰਕੇ ਉਸ ਨੂੰ ਗ੍ਰੇਟੈਸਟ 1 ਕਰਾਂਗੇ, ਇਨਕੁਐਲਿਟੀ ਸੋਲਵ ਕਰਾਂਗੇ ਤਾਂ ਆਪਣੇ ਕੋਲ ਕੀ ਆ ਜੂਗੀ, R<m ਦੀ ਫਾਰਮ ਦੇ ਵਿੱਚ ਫਾਰਮ ਬਣ ਜਾਏਗੀ। ਤੇ ਉਸ ਤੋਂ ਬਾਅਦ ਆਪਣੇ ਕੋਲ ਆ ਦੋ ਕੇਸ ਬਣਨਗੇ। ਠੀਕ ਹੈ, ਤਾਂ ਅਗਰ m ਇੰਟੀਜ਼ਰ ਹੈ ਤਾਂ ਆਪਣੇ ਕੋਲ ਟੂ ਗ੍ਰੇਟੈਸਟ ਟਰਮ ਹੋਣਗੀਆਂ, ਕਿਹੜੀਆਂ ਕਿਹੜੀਆਂ mth ਟਰਮ ਔਰ m+1th ਟਰਮ। ਔਰ ਅਗਰ m ਕੀ ਹੈ ਇੰਟੀਜ਼ਰ ਨਹੀਂ ਗਾ ਤਾਂ ਆਪਣੇ ਕੋਲ ਕੀ ਆਏਗੀ, ਗ੍ਰੇਟੈਸਟ ਇੰਟੀਜ਼ਰ ਆਫ m+1th ਟਰਮ ਕੀ ਆਏਗੀ, ਗ੍ਰੇਟੈਸਟ ਟਰਮ। ਤਾਂ ਆਪਾਂ ਇਹਦੇ ਨਾਲ ਦਾ ਕੁਐਸਚਨ ਕਰਦੇ ਹਾਂ ਜਿਸ ਤੋਂ ਆਪਾਂ ਨੂੰ ਅੰਡਰਸਟੈਂਡਿੰਗ ਬੈਟਰ ਹੋਏਗੀ। ਠੀਕ ਹੈ, ਤਾਂ ਕੁਐਸਚਨ ਕਿੱਦਾਂ ਦਾ ਆਏਗਾ ਆਪਣੇ ਕੋਲ, ਫਾਈਂਡ ਦੀ greatest term in the expansion 1 plus x ਦੀ ਪਾਵਰ 10 when x is equal to 2/3। ਤਾਂ ਇਸ ਤਰ੍ਹਾਂ ਦੇ ਆਪਣੇ ਕੋਲ ਕੁਐਸਚਨ ਬਣਨਗੇ ਇਹਦੇ ਵਿੱਚ। ਠੀਕ ਹੈ, ਗ੍ਰੇਟੈਸਟ ਟਰਮ ਫਾਈਂਡ ਕਰਨੀ ਹੈ 1 plus x ਦੀ ਪਾਵਰ 10 ਦੀ ਐਕਸਪੈਂਸ਼ਨ ਦੀ, ਕਦੋਂ, ਜਦੋਂ x ਦੀ ਵੈਲਿਊ 2/3 ਹੈ। ਠੀਕ ਹੈ, ਤਾਂ ਆਪਾਂ ਕਿਹਾ ਸੀ x ਐਂਡ y ਦੀ ਵੈਲਿਊਜ਼ ਤੇ ਡਿਪੈਂਡ ਕਰਦੀ ਹੈ ਗ੍ਰੇਟੈਸਟ ਟਰਮ, ਤਾਂ ਆਪਾਂ ਨੂੰ x ਦੀ ਵੈਲਿਊ ਦੇ ਰੱਖੀ ਹੈ। ਠੀਕ ਹੈ, ਤਾਂ ਸਟੈਪ ਫਸਟ ਆਪਾਂ ਕੀ ਕਰਦੇ ਸੀ, TR+1 ਐਂਡ TR ਫਾਈਂਡ ਕਰਦੇ ਸੀ। TR+1 ਕੀ ਹੋ ਗਿਆ, n ਕਿੰਨੀ ਹੈ 10 ਦੀ ਸੈਕਿੰਡ 10 ਸੀ r, ਇੱਕ ਘੱਟ ਲਿਖਦੇ ਹਾਂ 1 ਦੀ ਪਾਵਰ 10 ਮਾਈਨਸ r ਔਰ x ਦੀ ਪਾਵਰ ਆਪਣੇ ਕੋਲ ਕੀ ਹੋ ਗਿਆ r। ਓਕੇ, ਦੈਨ ਆਪਾਂ TR ਫਾਈਂਡ ਕਰਨਾ ਹੈ, ਤਾਂ TR ਕਿਵੇਂ ਫਾਈਂਡ ਕਰਾਂਗੇ, 10 ਸੀ r-1 1 ਦੀ ਪਾਵਰ 10 ਮਾਈਨਸ r-1 ਔਰ x ਦੀ ਪਾਵਰ r-1। ਓਕੇ, ਨਾਓ ਸਟੈਪ ਸੈਕਿੰਡ TR+1 ਓਵਰ TR ਫਾਈਂਡ ਕਰਨਾ ਆਪਾਂ, ਕੀ ਹੋ ਗਿਆ 10 ਸੀ r x ਦੀ ਪਾਵਰ r 1 ਦੀ ਪਾਵਰ ਜੋ ਮਰਜੀ 1 ਹੀ ਹੋ ਜਾਏਗਾ ਆਪਣੇ ਕੋਲ। ਨੀਚੇ ਕੀ ਆ ਜਾਊਗਾ 10 ਸੀ r-1 ਔਰ x ਦੀ ਪਾਵਰ r-1। ਤਾਂ ਜਦੋਂ ਇਹਨੂੰ ਆਪਾਂ ਓਪਨ ਕਰਾਂਗੇ ਆਪਣੇ ਕੋਲ ਕੀ ਆਊਗਾ 10 ਫੈਕਟੋਰੀਅਲ। ਠੀਕ ਹੈ, ਓਵਰ ਜੋ 10 ਫੈਕਟੋਰੀਅਲ ਦੇ ਨੀਚੇ ਹੋਏਗਾ ਉਹ ਆਪਣੇ ਕੋਲ ਨੀਚੇ ਆ ਜਾਏਗਾ ਕਿ ਸੌਰੀ ਫੈਕਟੋਰੀਅਲ 10 ਮਾਈਨਸ r ਔਰ r ਫੈਕਟੋਰੀਅਲ। ਓਕੇ, ਔਰ x ਦੀ ਪਾਵਰ r ਆਪਣੇ ਕੋਲ ਉੱਪਰ ਹੀ ਹੈ ਇਹ ਵਾਲਾ, ਔਰ ਨੀਚੇ ਆਪਣੇ ਕੋਲ ਜੋ ਹੋਏਗਾ 10 ਸੀ r-1, ਤਾਂ ਇਹਦੇ ਕੋਲ ਆਪਣੇ ਕੋਲ ਕੀ ਆਏਗਾ ਫੈਕਟੋਰੀਅਲ 10 ਔਰ ਇਸ ਦੇ ਨੀਚੇ ਜੋ ਹੋਏਗਾ ਉਹ ਆਪਣੇ ਕੋਲ ਉੱਪਰ ਚਲਾ ਜਾਏਗਾ, ਕੀ ਹੋਏਗਾ 10 ਮਾਈਨਸ r+1 ਦਾ ਫੈਕਟੋਰੀਅਲ।
और r माइनस 1 का फैक्टोरियल ओवर x r माइनस 1 ही पे अपने को नाल। ओके, इस नूं जदों सोल्व करांगे अपने कोल आएगा a और a कैंसल हो गए, ठीक है, a और a कैंसल हो गया, अपने को ओनली x रह गया, ठीक है। तो अपने कोल बच गया 10 माइनस r प्लस 1 का फैक्टोरियल r माइनस 1 का फैक्टोरियल ओवर 10 माइनस r का फैक्टोरियल और r का फैक्टोरियल इंटू अपने को x बच गया, ठीक है। जो आप सोल्व करांगे तो अपने कोल की होगा 10 माइनस r प्लस 1, इस वाले फैक्टोरियल ਨੂੰ खोलता और नैक्सट ਦੇ ਵਿੱਚ 10 माइनस r प्लस 1 माइनस 1 हो जाएगा, ठीक है। और अपने को r माइनस 1 है, 10 माइनस r का फैक्टोरियल ओवर r इन फैक्टोरियल r माइनस 1 इंटू x है। तो अपने को a और a कैंसल हो गया, a 10 माइनस r ही बन गया, इनके नाल कैंसल हो गया और a इस दे नाल कैंसल हो गया, ठीक है। तो अपने को a की बन गया 10 और 1 11, 11 माइनस r इंटू डिवाइड बाय r इंटू एक्स। तो अपने को ओवरऑल की बन गया ये टर्म बच गई, ठीक है। तो अपने को ये टर्म बच गई। तो अपने को हुण नैक्सट स्टैप 3 की है, स्टैप 3 अपने को जो टी आर प्लस 1 ओवर टी आर सोल्व करके हुंदा उसनूं ग्रेटेस्ट 1 आपां लिखते हैं, ओके। तो अपने को की बचा है 11 माइनस r ओवर r x ग्रेटेस्ट 1 हो गया, ठीक है। तो हुण अपने को x है, x की वैल्यू पुट कर देंगे, x इज इक्वल टू 2/3 अपन नूं गिवन है, ओके। तो अपने को की आ गया ए 11 माइनस r ओवर r इन बाई 3 ग्रेटर देन 1, ठीक है। नाउ आपां की करांगे इसनूं सोल्व करांगे आपां, ठीक है। तो ये अपने को क्या आ गया 11 माइनस r इंटू ग्रेटर देन 3r, ये उधर चला गया अपने को। तो अपने को 22 माइनस 2r ग्रेटर देन 3r, देयरफॉर अपने को 5r लेस देन 22 आ गया, देयरफॉर r लेस देन 22 डिवाइड बाय 5, देयरफॉर r अपने को क्या आ गया लेस देन 4.4 आ गया। 20 डिवाइड 5 अपने को की हुंदा 4. एक सेकेंड, r लेस देन 0.4 आ गया। r की वैल्यू अपने को की आ गई 4.4, ਲੈਸ ਦੈਨ 4.4 ਆ ਗਈ। ਤਾਂ ਆਪਾਂ ਨੂੰ ਪਤਾ ਸੈਕਿੰਡ ਕੇਸ ਆਪਾਂ ਕੀ ਕਰਿਆ ਸੀ, ਜੇਕਰ ਆਪਣੇ ਕੋਲ m ਜੋ ਕੀ ਹੈ ਇਜ਼ ਨੋਟ ਐਨ ਇੰਟੀਜ਼ਰ, ਤਾਂ ਆਪਣੇ ਕੋਲ ਗ੍ਰੇਟੈਸਟ ਇੰਟੀਜ਼ਰ m ਪਲਸ 1th ਟਰਮ ਕੀ ਹੁੰਦੀ ਹੈ ਗ੍ਰੇਟੈਸਟ ਟਰਮ ਆਉਂਦੀ, ਠੀਕ ਹੈ। ਤਾਂ ਇੱਥੇ ਆਪਣੇ ਕੋਲ ਕੀ ਆਇਆ, ਜੋ r ਦੀ ਵੈਲਿਊ ਆਈ ਆਪਣੇ ਕੋਲ ਸੈਕਿੰਡ, ਤਾਂ ਇੱਥੇ ਆਪਣੇ ਕੋਲ r ਦੀ ਵੈਲਿਊ ਕੀ ਆ ਗਈ, r ਲੈਸ ਦੈਨ m ਆਪਾਂ ਕਹਿ ਰਹੇ ਸੀ, ਤਾਂ m ਦੀ ਵੈਲਿਊ ਕੀ ਆ ਗਈ 4.4 ਆ ਗਈ, ਠੀਕ ਹੈ। m ਦੀ ਵੈਲਿਊ ਆਪਣੇ ਕੋਲ ਕੀ ਆ ਗਈ 4.4, ਤਾਂ ਆਪਣੇ ਕੋਲ ਸੈਕਿੰਡ ਕੇਸ ਅਪਲਾਈ ਹੋ ਜਾਏਗਾ, ਠੀਕ ਹੈ। ਸੈਕਿੰਡ ਕਰਦੇ ਹਾਂ ਆਪਾਂ, ਤਾਂ r ਲੈਸ ਦੈਨ m ਸੀ,
और m की वैल्यू अपने को क्या आ गई 4.4 आ गई, नॉट एन इंटीजर बाय के सेकंड अपने को की होएगा ग्रेटेस्ट टर्म इक्वल टू ग्रेटेस्ट इंटीजर m प्लस 1th टर्म। एक आ गया 4.4 का ग्रेटेस्ट प्लस 1th टर्म। 4.4 का ग्रेटेस्ट इंटीजर की होंगे लैफ्ट साइड जाना आप 4 + 1 4 आ गया ग्रेटेस्ट इंटीजर, अपने को की आ गई 5th टर्म आ गई। ठीक है, नाउ ਆਪਾਂ ਕੀ ਕਰਾਂਗੇ 5th ਟਰਮ ਕੱਢਾਂਗੇ t5 ਕੱਢਾਂਗੇ, t5 ਕੀ ਹੋਏਗਾ ਆਪਣੇ ਕੋਲ 10c4 x ਦੀ ਪਾਵਰ 4। ਠੀਕ ਹੈ, ਜਨਰਲ ਟਰਮ ਤੋਂ ਨਿਕਾਲ ਲਾਂਗੇ ਤਾਂ ਇਹ ਆਪਣੇ ਕੋਲ ਕੀ ਆਏਗਾ 10c4 ਕੀ ਹੋਏਗਾ 10 × 9 × 8 7 और 6 फैक्टोरियल ओवर 6 10 माइनस लिख देना 10 माइनस फैक्टोरियल इन एक्स दी अपने कोल 10 × 9 7 फैक्टोरियल 6 और 6 फैक्टोरियल एंड 1 ए और ए कैंसिल हो गए और ए कैंसिल हो अपने को 110 आ गया एक्स दी। ठीक है, एक्स दी वैल्यू अपने को की बाई 3 दी ये आंसर आ गया अपने को। ओके, तो ये ग्रेटेस्ट टर्म होएगी अपने को ए वाली एक्सपेंशन दी। ओके, नेक्स्ट अपने को बाइनोमियल्स ਆਪਾਂ किस तरह लिखते हैं देखते हैं। तो ਆਪਾਂ कह रहे हैं एक्सपेंशन 1 + x ਦੀ ਪਾਵਰ n। ठीक है, तो इनके विच अपने को बाइनोमियल कोफिशिएंट्स ਕਿਹੜੇ ਹੁੰਦੇ ਆ nc0 nc1 nc nc अप टू सुन ncn। ठीक है, आर कॉल्ड बाइनोमियल कोफिशिएंट। तो ये अपने को की है सारे बाइनोमियल कोफिशिएंट ਆਪਾਂ देख चुके हैं। ठीक है, अगर आप ब्रीफली देखिए, ठीक है, अगर आप इन्हों नाम दईए तो दे कैन डिनोटेड बाय आप की कह दें 1 t3 अप टू n। ये आप इन्हों कह सकते हैं। ठीक है, तो हेयर आप देखिए भी अपने को जेडे ओड वाले कोफिशिएंट्स होंगे वो अपने को की होंगे ਆਪਾਂ देखते हैं ये अपने को फर्स्ट है ये सैकेंड है ये थर्ड है ये 4 है। ठीक है, तो मतलब अगर आप C1 लवेंगे तो ये अपने को ईवन आ रहा, सैकेंड है अपने को ईवन आ रहा, बट आप की करते हैं आप कन्फ्यूज ना होइए इसलिए आप की करते हैं इसनों ओड ही लैके चलते हैं। जो C1 है 1 तो स्टार्ट करते हैं ओड और C0 आप 0 ईवन लैके चलते हैं। तो हेयर अपने को C1 C3 C5 अप टू सुन अपने को ये वाले जेडे है आर कॉल्ड ओड कोफिशिएंट्स। ठीक है, एंड C0 C और ये वाले सारे इवन कोफिशिएंट्स हैं। क्यों? क्योंकि आप कन्फ्यूज नहीं होना चाहते। ये अपने को फर्स्ट टर्म है, फर्स्ट टर्म आप ओड लैके चलते हैं बट इतने C0 है।
ਠੀਕ ਹੈ। ਤਾਂ ਆਪਾਂ C0 ਨੂੰ ਈਵਨ ਹੀ ਕਹਿ ਕੇ ਚੱਲ ਰਹੇ ਹਾਂ। C2 ਆਪਾਂ ਨੂੰ ਈਵਨ ਹੈ, C4 ਈਵਨ ਹੈ, ਤਾਂ ਇੱਥੇ C1 ਓਡ ਹੈ, C3 ਓਡ ਹੈ। ਓਕੇ, ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਪ੍ਰੋਪਰਟੀਜ਼ ਆਉਂਦੀਆਂ ਬਾਈਨੋਮੀਅਲ ਕੋਫੀਸ਼ੀਐਂਟ। ਪ੍ਰੋਪਰਟੀ ਆਫ ਬਾਈਨੋਮੀਅਲ ਕੋਫੀਸ਼ੀਐਂਟਸ। ਠੀਕ ਹੈ, ਤਾਂ ਆਪਣੇ ਕੋਲ ਪ੍ਰੋਪਰਟੀ ਕਿਹੜੇ ਵਾਲੀ ਹੈ? sum of all binomial coefficient is sum of binomial coefficients ਪਾਵਰ n ਹੁੰਦੀ ਆਪਣੇ ਕੋਲ। ਠੀਕ ਹੈ, ਤਾਂ ਅਗਰ ਆਪਾਂ ਪ੍ਰੂਫ ਦੇਖੀਏ ਉਹਦੀ ਪਾਵਰ n ਕਿਉਂ ਹੁੰਦੀ ਆ, ਤਾਂ 1 ਪਲੱਸ ਐਕਸ ਦੀ ਪਾਵਰ n ਆਪਾਂ ਐਕਸਪੈਂਸ਼ਨ ਲੈ ਲਈ, ਉਹਨੂੰ ਆਪਾਂ ਓਪਨ ਕਰਤਾ। n ਸੀ n x ਪਾਵਰ n। ਠੀਕ ਹੈ, ਨਾਓ ਆਪਾਂ ਇੱਥੇ ਪੁੱਟ x ਇਜ਼ ਇਕੁਅਲ ਟੂ 1 ਕਰਤਾ। ਠੀਕ ਹੈ, ਤਾਂ ਆਪਣੇ ਕੋਲ ਇੱਥੇ ਕੀ ਆਏਗਾ? 1 ਪਲੱਸ 1 ਦੀ ਪਾਵਰ n। ਠੀਕ ਹੈ, n ਸੀ 0 ਪਲੱਸ n ਸੀ 1 ਪਲੱਸ n ਸੀ ਪਲੱਸ n ਸੀ 3, 1 ਦਾ ਸਕੇਅਰ 1 ਹੀ ਆ ਜਾਏਗਾ, ਪਲੱਸ ਆਫਟਰ ਸੁਨ ਪਲੱਸ n ਸੀ n 1 ਦਾ ਸਕੇਅਰ 1 ਦੀ ਪਾਵਰ n 1 ਹੀ ਆ ਗਿਆ ਆਪਣੇ ਕੋਲ। ਠੀਕ ਹੈ, ਤਾਂ ਆਪਣੇ ਕੋਲ ਇਹ ਕੀ ਆ ਗਿਆ? 2 ਦੀ ਪਾਵਰ n ਇਜ਼ ਇਕੁਅਲ ਟੂ ਬਾਈਨੋਮੀਅਲ ਕੋਫੀਸ਼ੀਐਂਟਸ ਸਾਰੇ ਐਡ ਹੋ ਰਿਹਾ ਦੇ ਵਿੱਚ, ਇਹਦੇ ਇਕੁਅਲ ਆ ਰਹੇ ਆ ਦੀ ਪਾਵਰ n ਦੇ। ਤਾਂ ਇਹ ਆਪਣੇ ਕੋਲ ਕੀ ਹੈ? ਸਾਰੇ ਬਾਈਨੋਮੀਅਲ ਕੋਫੀਸ਼ੀਐਂਟਸ ਹੈਗੇ ਆ, ਸਾਰਿਆਂ ਦੀ ਐਡੀਸ਼ਨ ਹੋ ਰਹੀ ਹੈ, ਤਾਂ ਆਪਾਂ ਸਮ ਆਫ ਆਲ ਬਾਈਨੋਮੀਅਲ ਕੋਫੀਸ਼ੀਐਂਟ ਕਿੰਦੇ ਇਕੁਅਲ ਆ ਗਿਆ? ਟੂ ਦੀ ਪਾਵਰ n ਦੇ ਇਕੁਅਲ ਆ ਰਿਹਾ। ਠੀਕ ਹੈ, ਤਾਂ ਅਗਰ ਇਹਦੇ ਨਾਲ ਦੀ ਆਪਾਂ ਕੋਈ ਐਗਜ਼ਾਮਪਲ ਦੇਖੀਏ ਤਾਂ x ਪਲੱਸ y ਦੀ ਪਾਵਰ 2। ਠੀਕ ਹੈ, ਤਾਂ ਆਪਣੇ ਕੋਲ ਕੀ ਆਏਗਾ? ਦੀ ਪਾਵਰ n n2 ਆਪਣੇ ਕੋਲ, ਤਾਂ ਆਪਣੇ ਕੋਲ 4 ਆ ਗਿਆ। ਠੀਕ ਹੈ, x ਪਲੱਸ y ਦੀ ਪਾਵਰ 3 ਹੋਏਗੀ, ਤਾਂ ਆਪਣੇ ਕੋਲ 2 ਦੀ ਪਾਵਰ 3 ਆ ਗਿਆ? 8 ਆ ਗਿਆ। ਤਾਂ ਕੰਟੀਨਿਊਸ ਇੱਦਾਂ ਚੱਲਦੇ ਰਹਿਣਗੇ। ਠੀਕ ਹੈ, ਨੈਕਸਟ ਆਪਣੇ ਕੋਲ ਪ੍ਰੋਪਰਟੀ ਸੈਕਿੰਡ ਦੇ ਵਿੱਚ ਕੀ ਆਪਣੇ ਕੋਲ? ਸਮ ਦੀ ਕੋਫੀਸ਼ੀਐਂਟ odd terms is equal to sum of and even terms। मतलब कि अपने कोल odd terms ਦੇ ਸਮ ਕੋਫੀਸ਼ੀਐਂਟਸ ਦਾ ਸਮ ਔਰ ਈਵਨ ਟਰਮਸ ਦੇ ਕੋਫੀਸ਼ੀਐਂਟਸ ਦਾ ਸਮ ਆਪਣੇ ਕੋਲ ਕੀ ਹੁੰਦਾ? ਇਕੁਅਲ ਹੁੰਦਾ। ਕਿਉਂ? ਕਿਉਂਕਿ ਆਪਣੇ ਕੋਲ 2 ਦੀ ਪਾਵਰ n ਹੁੰਦੀ ਆ, ਸਮ ਆਫ ਆਲ ਕੋਫੀਸ਼ੀਐਂਟ ਆਲ ਬਾਈਨੋਮੀਅਲ ਕੋਫੀਸ਼ੀਐਂਟ 2 ਦੀ ਪਾਵਰ n ਹੁੰਦੀ ਹੈ, ਆਪਾਂ ਫਸਟ ਪ੍ਰੋਪਰਟੀ ਤੋਂ ਕੀਤਾ। ਤਾਂ ਆਪਣੇ ਕੋਲ ਹਾਫ ਟਰਮਸ ਓਡ ਹੁੰਦੀਆਂ ਔਰ ਹਾਫ ਈਵਨ ਹੁੰਦੀਆਂ, ਤਾਂ ਆਪਾਂ ਇਸ ਦਾ ਹਾਫ ਕਰ ਦਾਂਗੇ ਤਾਂ ਆਪਣੇ ਕੋਲ 2 ਦੀ ਪਾਵਰ n-1 ਆ ਜਾਏਗਾ। ਠੀਕ ਹੈ, ਤਾਂ ਇਹ ਆਪਣੇ ਕੋਲ ਇਕੁਅਲ ਕਿੰਨੇ ਹੁੰਦਾ ਹੈ? 2 ਦੀ ਪਾਵਰ n-1। ਇਹ ਵੀ ਆਪਣੇ ਕੋਲ 2 ਦੀ ਪਾਵਰ n-1 ਹੈ, ਔਰ ਈਵਨ ਟਰਮਸ ਦਾ ਵੀ ਸਮ ਕੀ ਹੈ? 2 ਦੀ ਪਾਵਰ n-1 ਹੁੰਦਾ। ਠੀਕ ਹੈ, ਤਾਂ ਇਸ ਦੇ ਪ੍ਰੂਫ ਕਰਨ ਦੀ ਲੋੜ ਨਹੀਂ ਹੈਗੀ, ਇਹ ਆਪਾਂ ਯਾਦ ਰੱਖ ਲੈਂਦੇ। ਅਗਰ ਕਰਨਾ ਤਾਂ ਆਪਾਂ ਦੇਖ ਲੈਂਦੇ। ਚਲੋ ਦੇਖਦੇ ਹਾਂ ਆਪਾਂ ਇਹਦਾ। ਤਾਂ ਆਪਣੇ ਕੋਲ 1 ਪਲੱਸ ਐਕਸ ਦੀ ਪਾਵਰ n ਪੈਨਸ਼ਨ ਹੈ, n ਸੀ 0 ਪਲੱਸ n ਸੀ 1 x ਪਲੱਸ n ਸੀ x ਸਕੇਅਰ ਪਲੱਸ ਆਫਟਰ ਸੋਨ n ਸੀ n x ਦੀ ਪਾਵਰ n ਹੈ। ਠੀਕ ਹੈ, ਤਾਂ ਆਪਾਂ ਇਹਦੇ ਵਿੱਚ ਪੁੱਟ ਕਰਤਾ x ਇਜ਼ ਇਕੁਅਲ ਟੂ -1। ਤਾਂ ਆਪਣੇ ਕੋਲ ਕੀ ਆ ਗਿਆ ਇੱਥੇ? 0 1 ਮਾਈਨਸ ਔਰ 1 ਪਲੱਸ -1, ਤਾਂ ਆਪਣੇ ਕੋਲ 0 ਆ ਗਿਆ, ਇਕੁਅਲ ਟੂ ਕਿੰਦੇ ਆ ਗਿਆ? n ਸੀ 0 ਪਲੱਸ n ਸੀ 1 -1 ਪਲੱਸ n -1 ਦਾ ਸਕੇਅਰ ਪਲੱਸ ਆਫਟਰ ਸੁਨ ਪਲੱਸ n ਸੀ n
माइनस वन दी पावर n। देयरफॉर अपने को a की आ गया nc0 पॉजिटिव टर्म है, a पॉजिटिव टर्म है, nc2 ठीक है प्लस आफ्टर सुन और जो नेगेटिव वाले हैगे वो ਆਪਾਂ उधर ਲੈ ਗਏ अपने को nc1 नेगेटिव है उधर जाके इधर जाके अपने को की बन जाऊगा पॉजिटिव nc3 प्लस आफ्टर सुन ए वाले हो जाएंगे ठीक है। अपने कोल सम बाइनोमियल कोफिशिएंट ਆਪਾਂ ਕਰਕੇ ਆਏ ਕੀ ਹੁੰਦਾ 2 ਦੀ ਪਾਵਰ n ठीक है ਤਾਂ ਆਪਣੇ ਕੋਲ 2 ਦੀ ਪਾਵਰ n ਹੁੰਦਾ ਤਾਂ that is ਆਪਣੇ ਕੋਲ ਕੀ ਹੋ ਗਿਆ nc2 ਇਹ ਵਾਲਾ nc2 plus nc4 plus after सुन किंदे इक्वल हो गया हाफ सम ऑफ क्योंकि हाफ क्यों लाया ਆਪਾਂ क्योंकि ਆਪਣੇ ਕੋਲ ਇੱਥੇ ਜੋ ਵਾਲੇ ਈਵਨ ਵਾਲੇ ਹੈਗੇ ਆ ਸਾਰੇ ਕੋਫੀਸ਼ੀਐਂਟ ਉਹ ਇਕੁਅਲ ਹੈਗੇ ਆ ਕਿੰਦੇ ओड वाले कोफिशिएंट्स ਦੇ मतलब हाफ ਇੱਧਰ ਰਹਿ ਗਏ ਔਰ ਹਾਫ ਇੱਧਰ ਰਹਿ ਗਏ ਤਾਂ ਅਗਰ ਆਪਾਂ ਹਾਫ ਦਾ ਸਮ ਕਰਾਂਗੇ ਤਾਂ ਆਪਣੇ ਕੋਲ ਕੀ ਕਰਾਂਗੇ ਟੋਟਲ ਜੋ ਆਪਣੇ ਕੋਲ ਕੋਫੀਸ਼ੀਐਂਟਸ ਸਮ ਦਾ ਸਮ ਹੈਗਾ ਉਹਦਾ ਹਾਫ ਕਰਾਂਗੇ ਤਾਂ ਹਾਫ ਆਫ ਸਮ ਆਫ ਆਲ ਬਾਈਨੋਮੀਅਲ ਕੋਫੀਸ਼ੀਐਂਟ ਤਾਂ ਇਹ ਕੀ ਆ ਗਿਆ 1/2 ਦੀ ਪਾਵਰ 1/2 ਇੰਟੂ 2 ਦੀ ਪਾਵਰ n ਤਾਂ 2 ਦੀ n ਮਾਈਨਸ ਇਹ ਆ ਗਿਆ ਆਪਣੇ ਠੀਕ ਹੈ ਇਹ ਇਹਦਾ ओके नाउ अपने कोल की आ गई थर्ड प्रॉपर्टी आप ये ध्यान रखना है ये इनके इक्वल होंगे अपने को दोनों सम ऑफ कोफिशिएंट ऑफ ओड टर्म्स एंड सम ऑफ कोफिशिएंट ऑफ इवन टर्म्स 2 दी पावर n माइनस 1 दे ठीक है नाउ अपने को प्रॉपर्टी थर्ड हैगी आ टर्म सेंस फ्रॉम द बिगिनिंग and end expansion of 1 plus x the power n are equal ਤਾਂ ਕੀ ਕਹਿ ਰਿਹਾ ਆਪਣੇ ਕੋਲ ਜੋ ਸਟਾਰਟਿੰਗ ਤੋਂ ਟਰਮ ਹੈਗੀ ਆ ਉਹ ਲਾਸਟ ਵਾਲੀ ਟਰਮ ਦੇ ਇਕੁਅਲ ਹੋਏਗੀ ਜੋ ਸੈਕਿੰਡ ਟਰਮ ਹੈਗੀ ਆ ਉਹ ਸੈਕਿੰਡ ਲਾਸਟ ਟਰਮ ਦੇ ਇਕੁਅਲ ਹੋਏਗੀ ਤਾਂ ਆਪਾਂ ਇਹ ਪਹਿਲਾਂ ਵੀ ਕਰ ਚੁੱਕੇ ਆ ਅਗਰ ਇਹਦਾ ਪ੍ਰੂਫ ਦੇਖੀਏ ਤਾਂ ਆਪਣੇ ਕੋਲ ਕੋਈ ਨੋ ਆਪਾਂ ਨੂੰ ਪਤਾ NCR ਇਕੁਅਲ ਟੂ NC n ਮਾਈਨਸ r ਦੇ ਇਕੁਅਲ ਹੁੰਦੀ ਦਾ मतलब ਕੀ ਹੋ ਗਿਆ NC0 ਜੋ ਹੋਏਗੀ ਉਹ NCN ਦੇ ਇਕੁਅਲ ਹੈ NC1 ਇਕੁਅਲ ਟੂ NCN ਮਾਈਨਸ 1 ਦੇ ਇਕੁਅਲ ਹੈ NC ਆਪਾਂ ਜੇ ਲਈਏ ਸੈਕਿੰਡ ਆਪਣੇ ਕੋ ਥਰਡ ਟਰਮ ਉਹ ਆਪਣੇ ਕੋ ਲਾਸਟ ਥਰਡ ਦੇ ਇਕੁਅਲ ਹੁੰਦੀ ਹੈ ਇਹ ਅਪ ਟੂ ਚੱਲਦਾ ਰਹਿੰਦਾ ਆਪਣੇ ਕੋ ਠੀਕ ਹੈ ਨੈਕਸਟ ਆਪਣੇ ਕੋਲ ਇੰਪੋਰਟੈਂਟ ਸ਼ਾਰਟਕਟ ਹੈ ਅਗਰ ਆਪਾਂ ਨੂੰ ਕੁਐਸਚਨ ਆ ਜਾਂਦਾ ਆਪਾਂ ਦੇਖਦੇ ਹਾਂ ਪਹਿਲਾਂ ਆਪਣੇ ਕੋਲ NC0 plus NC1 plus NC plus after NCN ਆਪਾਂ ਨੂੰ ਪਤਾ 2 ਦੀ ਪਾਵਰ n ਹੁੰਦਾ ਠੀਕ ਹੈ ਤਾਂ ਇਸ ਦੇ ਵਿੱਚ ਆਪਣੇ ਕੋਲ ਦੋ ਕੇਸ ਬਣਦੇ ਕਿਹੜੇ ਕਿਹੜੇ if n is even or n is ਠੀਕ ਹੈ ਜਦੋਂ n even ਹੁੰਦਾ n ਕੀ ਹੁੰਦਾ even ਹੁੰਦਾ ਤਾਂ ਆਪਣੇ ਕੋਲ ਕੀ ਬਣਦਾ n0 plus nc
वन प्लस एन सी प्लस आफ्टर प्लस एन सी एन बाई टू ये किंदे इक्वल होंदा है 2 की पावर एन माइनस वन प्लस वन बाई टू एन सी एन बाई टू के इक्वल होंदे ठीक है। तो ये अपने को रिजल्ट है जो कि आप इदा याद करना ठीक है। इनके प्रूफ करने की लौड़ नहीं गी कि आप सीधा याद करांगे ठीक है। इहदे नाल दा क्वेश्चन अपने को की बनता है अगर आपां नूं 20 प्लस 21 प्लस 20 अप टू 20 10 की वैल्यू फाइंड करने लई है कैलकुलेट करो कितना होगा तो आपां डायरैक्ट ए वाला शॉर्टकट अप्लाई करांगे ए वाला रिजल्ट एन की इत्थे अपने कोल गिवन है तो अपने कोल 2 की पावर 20 माइनस 1 प्लस हाफ 20 सी 10 अपने को आंसर आ रहा है 20 पावर 90 प्लस हाफ ऑफ 20 10 अपना आंसर होएगा ओके। और अगर अपने को एन की है ओड आ रहा एन की आ रहा अपने को ओड आ रहा ठीक है तो अपने को की होएगा एन सी प्लस एन सी वन प्लस एन सी प्लस आफ्टर सुन एन सी एन माइनस वन बाई इसका अपने को की होगा पावर एन माइनस वन ये अपने को रिजल्ट है ठीक है। ये अपने को रिजल्ट है अगर इनके नाल दा आपां कोई क्वेश्चन करते हैं अपने को आ गया क्वेश्चन 21 सी वन प्लस आफ्टर सुन अपने को आ गया 21 सी 10 तो आपां की करांगे होएगा अपने को दी पावर 20 माइनस 1 पावर 20 और आ गया अपने ठीक है। तो ये अपने को डायरेक्ट रिजल्ट है ओके ओके थैंक यू।